प्यारे विद्यार्थियों, जमात 6वीं दी असाइनमेंट नंबर 163 जो कि एक्सरसाइज 5.4 5.4 ਦੇ ਵਿੱਚੋਂ ਲਏ ਗਏ ਹਨ ਸਵਾਲ, ਉਹਦੇ ਬਾਰੇ ਅਸੀਂ ਦੇਖਾਂਗੇ ਕਿ ਇਸ ਅਸਾਈਨਮੈਂਟ ਵਿੱਚ ਕਿਹੜੇ ਸਵਾਲ ਹਨ ਤੇ ਕਿਸ ਤਰ੍ਹਾਂ ਕਰਨੇ ਹਨ। ਸਭ ਤੋਂ ਪਹਿਲਾਂ ਇਸ ਅਸਾਈਨਮੈਂਟ ਦੇ ਵਿੱਚ ਅਸੀਂ ਦੇਖਾਂਗੇ ਕਿ ਕੋਣ ਮਾਪਕ ਪ੍ਰੋਟਰੈਕਟਰ, ਜਿਸ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਡੀ ਕਹਿ ਦਿੰਦੇ ਹਾਂ, ਇਹ ਕੋਣ ਮਾਪਕ ਹੈ, ਪ੍ਰੋਟਰੈਕਟਰ ਹੈ, ਜਾਂ ਜਿਹਨੂੰ ਅਸੀਂ ਡੀ ਕਹਿੰਦੇ ਹਾਂ ਕਿਉਂਕਿ ਇਹਦੀ ਜਿਹੜੀ ਸ਼ਕਲ ਹੈ ਉਹ ਡੀ ਵਰਗੀ ਹੁੰਦੀ ਹੈ ਇੰਗਲਿਸ਼ ਦੇ ਅੱਖਰ, ਸੋ ਇਸ ਕਰਕੇ ਇਹਨੂੰ ਡੀ ਕਹਿੰਦੇ ਹਨ। ਕੋਣ ਮਾਪਕ, ਜਿਵੇਂ ਕਿ ਇਹਦਾ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕੋਣਾਂ ਨੂੰ ਮਾਪਣ ਵਾਸਤੇ ਵਰਤਿਆ ਜਾਂਦਾ ਹੈ, ਇਸ ਨੂੰ ਕੋਣ ਮਾਪਣ ਲਈ ਵਰਤਦੇ ਹਨ। ਅਤੇ ਯਾਦ ਰੱਖੋ, ਇਹਦੇ ਉੱਪਰ ਆ ਜਿਹੜੀਆਂ ਨਿੱਕੀਆਂ ਨਿੱਕੀਆਂ ਲਾਈਨਾਂ ਹਨ, ਇਹਦੇ ਜਿਹੜਾ ਵਕਰ ਤਲ ਹੈ ਉਹਦੇ ਉੱਪਰ ਜਿਹੜੀਆਂ ਨਿੱਕੀਆਂ ਨਿੱਕੀਆਂ ਲਾਈਨਾਂ ਹਨ, ਇਹਨਾਂ ਦੀ ਗਿਣਤੀ 180 ਹੁੰਦੀ ਹੈ। ਯਾਨੀ ਕਿ ਇੱਕ ਜਿਹੜੀ ਲਾਈਨ ਉਹ 1 ਡਿਗਰੀ ਹੈ, 1 ਡਿਗਰੀ 2 3 4 5 6 7 8 9 10। ਜੇ ਆਪਾਂ ਇਸ ਨੂੰ, ਜੇ ਮੰਨ ਲਓ ਕੋਣ ਦੀ ਡਾਇਰੈਕਸ਼ਨ ਸਾਡੀ ਇੱਧਰਲੇ ਪਾਸੇ ਹੋਵੇ ਤਾਂ ਫਿਰ 0 10 20 30 40 ਤੋਂ ਲੈ ਕੇ ਇੱਦਾਂ ਅਸੀਂ ਮਾਪਦੇ ਹਾਂ, ਅਤੇ ਜੇ ਕੋਣ ਦੀ ਡਾਇਰੈਕਸ਼ਨ ਇੱਧਰਲੇ ਪਾਸੇ ਹੋਵੇ ਫਿਰ ਅਸੀਂ ਇੱਥੋਂ 0 10 20 30 40 50 60 ਆਦਿ ਦੇਖਦੇ ਹਾਂ। ਹੁਣ ਦੇਖੋ, ਸਭ ਤੋਂ ਪਹਿਲਾਂ ਕਿ ਜਿਹੜਾ ਸਾਨੂੰ ਕੋਣ ਦਿੱਤਾ ਹੈ, ਇਸ ਨੂੰ ਜੇ ਅਸੀਂ ਮਾਪਣਾ ਹੋਵੇ ਤਾਂ ਇਹਦੀ ਡਾਇਰੈਕਸ਼ਨ ਇੱਧਰਲੇ ਪਾਸੇ ਹੈ, ਓਕੇ। ਅਤੇ ਇਹਦਾ ਜਿਹੜਾ ਸਿਖਰ ਹੈ B, ਉਹਦੇ ਉੱਪਰ ਅਸੀਂ ਇਹਦਾ ਜਿਹੜਾ ਮੱਧ ਬਿੰਦੂ ਹੈ, ਜੋ ਇਸ ਦਾ ਸਾਨੂੰ ਮੱਧ ਬਿੰਦੂ ਦਿਖਾਈ ਦੇ ਰਿਹਾ ਹੈ, ਇਹ ਦੇਖੋ ਧਿਆਨ ਨਾਲ, ਇੱਥੇ ਜਿਹੜਾ ਸਾਨੂੰ ਮੱਧ ਬਿੰਦੂ ਦਿਖਾਈ ਦੇ ਰਿਹਾ ਹੈ ਉਸ ਨੂੰ ਅਸੀਂ ਬਿਲਕੁਲ B ਦੇ ਉੱਪਰ ਰੱਖਾਂਗੇ, B ਸਿਖਰ ਦੇ ਉੱਪਰ। ਅਤੇ ਜਿਹੜੀ ਇਹ ਥੱਲੇ ਵਾਲੀ ਲਾਈਨ ਹੈ, ਇਹ ਜਿਹੜੀ BC ਕਿਰਨ ਹੈ, ਉਹ ਅਸੀਂ ਬਿਲਕੁਲ ਇਸ ਕਿਰਨ ਦੇ ਨਾਲ, ਇਸ ਲਾਈਨ ਦੇ ਨਾਲ ਸਟਾ ਕੇ ਰੱਖਾਂਗੇ। ਹੁਣ ਅਸੀਂ ਇਹਨੂੰ ਇੱਦਾਂ ਰੱਖ ਦਿੱਤਾ ਅਤੇ ਅਸੀਂ ਇਸ ਕੋਣ ਨੂੰ ਮਾਪਾਂਗੇ ਅਤੇ ਅਸੀਂ ਇਸ ਕੋਣ ਦਾ ਮਾਪ ਦੇਖਦੇ ਹਾਂ ਕਿ ਹੁਣ ਕਿੱਧਰੋਂ ਦੇਖਣਾ ਹੈ, 0 10 20 30 40। ਅਤੇ ਜੇ ਅਸੀਂ ਹੁਣ ਅੱਗੇ ਦੇਖੀਏ ਤਾਂ ਇਹ ਪੂਰਾ 50 'ਤੇ ਨਹੀਂ ਪਹੁੰਚਿਆ, 50 ਤੋਂ ਥੋੜ੍ਹਾ ਜਿਹਾ ਘੱਟ ਹੈ। ਅਤੇ ਕਿੰਨਾ ਘੱਟ ਹੈ, 50 ਤੋਂ 2 ਡਿਗਰੀ ਘੱਟ ਹੈ, ਸੋ ਇਸ ਦਾ ਮਾਪ ਹੋ ਗਿਆ 48 ਡਿਗਰੀ। ਫਿਰ ਇੱਕ ਵਾਰੀ ਦੇਖ ਲਓ ਕਿ ਜਿਹੜੀ ਆ ਥੱਲੇ ਇੱਕ ਲਾਈਨ ਹੈ D ਦੀ ਸੱਜੇ ਪਾਸੇ, ਉਸ ਨੂੰ ਅਸੀਂ ਕਿਰਨ BC ਦੇ ਉੱਪਰ ਰੱਖਿਆ, ਅਤੇ ਜਿਹੜਾ ਇਹਦਾ ਮੱਧ ਬਿੰਦੂ ਸੀ ਉਸ ਨੂੰ B ਦੇ ਉੱਪਰ ਰੱਖਦੇ ਹਾਂ, ਅਤੇ ਅਸੀਂ ਇਸ ਕੋਣ ਨੂੰ ਮਾਪਦੇ ਹਾਂ। ਅਤੇ ਅਸੀਂ ਇੱਧਰੋਂ 0 10 20 180 170 ਨਹੀਂ ਦੇਖਣਾ ਹੈ, ਥੱਲੇ ਵਾਲੇ ਮਾਪ ਦੇਖਣੇ, 0 10 20 30 40, ਅਤੇ ਇੱਥੇ ਕਰਕੇ 45 ਆ ਜਾਂਦਾ ਹੈ। ਅਤੇ 45 ਤੋਂ ਬਾਅਦ ਅੱਗੇ ਅਸੀਂ ਜੇ ਗਿਣਤੀ ਕਰੀਏ ਤਾਂ 46 47 ਅਤੇ 48 ਤੱਕ ਇਸ ਦਾ ਮਾਪ ਪਹੁੰਚ ਜਾਂਦਾ ਹੈ। ਸੋ ਇਸ ਕੋਣ ਦਾ ਮਾਪ ਹੈ 48 ਡਿਗਰੀ। ਹੁਣ ਯਾਦ ਰੱਖਣਾ, ਕੋਣ ਮਾਪਕ ਦੇ ਵੱਖਰ ਕਿਨਾਰਿਆਂ ਨੂੰ 180 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ। ਆ ਜਿਹੜੀਆਂ ਬਰੀਕ ਬਰੀਕ ਜਿਹੜੀਆਂ ਸਾਨੂੰ ਦਿਖਾਈ ਦੇ ਰਹੀਆਂ ਹਨ, ਇਹ ਆ ਜਿਹੜੀਆਂ ਬਰੀਕ ਬਰੀਕ ਸਾਨੂੰ ਲਾਈਨਾਂ ਦਿਖਾਈ ਦੇ ਰਹੀਆਂ ਹਨ, ਇਹ 180 ਹਨ। ਸੋ ਅੱਗੇ ਅਸੀਂ ਸ਼ੁਰੂ ਕਰਾਂਗੇ ਅਭਿਆਸ 5.4 ਦੇ ਸਵਾਲ। ਅਭਿਆਸ 5.4 ਦੇ ਜਿਹੜੇ ਸਵਾਲ ਹਨ ਉਹ ਅਸੀਂ ਲਗਭਗ ਪਹਿਲਾਂ ਵੀ ਕੀਤੇ ਹਨ। ਹੇਠ ਲਿਖਿਆਂ ਦਾ ਮਾਪ ਕੀ ਹੈ, ਅਸੀਂ ਪਿਛਲੀ ਅਸਾਈਨਮੈਂਟ ਸ਼ੀਟ ਵਿੱਚ ਵੀ ਕੀਤਾ ਸੀ ਇਹ, ਅਤੇ ਸਾਨੂੰ ਪੁੱਛਿਆ ਹੈ ਉਸਨੇ ਇੱਕ ਸਮਕੋਣ ਦਾ ਮਾਪ ਕੀ ਹੈ। ਅਤੇ ਜੇ ਅਸੀਂ ਕੋਣਾਂ ਦੀਆਂ ਕਿਸਮਾਂ ਦੇਖੀਏ, ਜੋ ਕਿ ਅਸੀਂ ਪਿੱਛੇ ਪਹਿਲਾਂ ਕਰ ਚੁੱਕੇ ਹਾਂ, ਅਤੇ ਅਸੀਂ ਪੜ੍ਹਿਆ ਸੀ ਸਿਫਰ ਕੋਣ ਜਿਹੜਾ ਹੁੰਦਾ ਹੈ ਉਹ 0 ਡਿਗਰੀ ਹੁੰਦਾ ਹੈ, ਨਿਊਨ ਕੋਣ 0 ਤੋਂ ਵੱਡਾ ਅਤੇ 90 ਤੋਂ ਛੋਟਾ ਹੁੰਦਾ ਹੈ, ਸਮਕੋਣ 90 ਡਿਗਰੀ ਹੁੰਦਾ ਹੈ। ਸੋ ਫਿਰ ਉਹਨੇ ਸਾਨੂੰ ਪੁੱਛਿਆ ਸੀ ਸਮਕੋਣ ਦਾ ਮਾਪ ਕੀ ਹੈ, ਅਤੇ ਇਹਦਾ ਉੱਤਰ ਆ ਜਾਏਗਾ 90 ਡਿਗਰੀ। ਫਿਰ ਅੱਗੇ ਪੁੱਛਿਆ ਹੈ ਸਰਲ ਕੋਣ, ਅਤੇ ਅਸੀਂ ਅਗਲੀਆਂ ਜੇ ਕਿਸਮਾਂ ਪੜ੍ਹੀਏ ਤਾਂ ਉਹਦੇ ਵਿੱਚ ਆਉਂਦਾ ਸੀ ਅਧਿਕ ਕੋਣ 90 ਡਿਗਰੀ ਤੋਂ ਵੱਡਾ 180 ਤੋਂ ਛੋਟਾ, ਸਰਲ ਜਾਂ ਸਿੱਧਾ ਕੋਣ 180 ਡਿਗਰੀ। ਸੋ ਇੱਥੇ ਸਾਡਾ ਜਿਹੜਾ ਉੱਤਰ ਆ ਗਿਆ ਸਰਲ ਕੋਣ ਦਾ, ਉਹ ਆ ਗਿਆ 180 ਡਿਗਰੀ। 180 ਡਿਗਰੀ ਜਿਹੜਾ ਐਂਗਲ ਹੈ ਉਸ ਨੂੰ ਅਸੀਂ ਸਰਲ ਕੋਣ ਕਹਿੰਦੇ ਹਾਂ। ਅੱਗੇ ਸਾਨੂੰ ਉਹਨੇ ਕਿਹਾ ਹੈ ਕੁਛ ਕਥਨ ਦਿੱਤੇ ਹਨ, ਅਤੇ ਕਹਿੰਦਾ ਸੱਚ ਹੈ ਕਿ ਝੂਠ ਹੈ। ਇੱਕ ਨਿਊਨ ਕੋਣ ਦਾ ਮਾਪ ਛੋਟਾ ਹੁੰਦਾ ਹੈ 90 ਡਿਗਰੀ ਤੋਂ, ਇੱਕ ਨਿਊਨ ਕੋਣ ਦਾ ਮਾਪ ਛੋਟਾ ਹੁੰਦਾ ਹੈ
90 डिग्री तो। तो जे असीं कोणां दीयां किस्मां नूं पढ़ीए तो ध्यान दिओ, ਉਹਦੇ ਵਿੱਚ ਅਸੀਂ पढ़िया सी न्यून कोण 0 डिग्री तो ਵੱਡਾ ਤੇ 90 डिग्री तो छोटा। तो सो ਇੱਥੇ भी ਸਾਨੂੰ ਉਹਨੇ ਕੀ ਕਿਹਾ है 90 डिग्री तो छोटा। ਇਹਦਾ मतलब ਇਹ ਜਿਹੜਾ ਕਥਨ है ਇਹ है सच। ਹੁਣ ਅਸੀਂ ਅਗਲਾ ਕਥਨ ਦੇਖਦੇ ਹਾਂ। ਇੱਕ ਅਧਿਕ ਕੋਣ ਦਾ ਮਾਪ ਛੋਟਾ ਹੁੰਦਾ ਹੈ 90 डिग्री ਤੋਂ। ਤੇ ਅਸੀਂ ਅਧਿਕ ਕੋਣ ਦੀ ਜੇ ਕਿਸਮਾਂ ਪੜ੍ਹੀਏ ਤਾਂ ਉਹਦੇ ਵਿੱਚ ਕੀ ਲਿਖਿਆ ਸੀ, ਅਧਿਕ ਕੋਣ ਚੌਥੇ ਨੰਬਰ 'ਤੇ ਅਧਿਕ ਕੋਣ ਅਬਟਿਊਜ਼ ਐਂਗਲ 90 डिग्री ਤੋਂ ਵੱਡਾ 180 ਤੋਂ ਛੋਟਾ 180 डिग्री ਤੋਂ ਛੋਟਾ। ਤੇ ਇਹ ਕੀ ਕਹਿ ਰਿਹਾ ਹੈ 90 डिग्री ਤੋਂ ਛੋਟਾ, ਤੇ ਜਦ ਕਿ ਅਸੀਂ ਕੀ ਕਹਿ ਰਹੇ ਹਾਂ 90 डिग्री ਤੋਂ ਵੱਡਾ। ਤੇ ਇਹਦਾ ਮਤਲਬ ਇਹ ਕੀ ਹੋ ਗਿਆ, ਝੂਠ, ਇਹ ਸੱਚ ਨਹੀਂ ਹੈ। ਅਗਲਾ ਹੈ ਇੱਕ ਰਿਫਲੈਕਸ ਕੋਣ ਦਾ ਮਾਪ ਛੋਟਾ ਹੁੰਦਾ ਹੈ 180 डिग्री ਤੋਂ। ਤੇ ਹੁਣ ਜੇ ਅਸੀਂ ਰਿਫਲੈਕਸ ਕੋਣ ਦੇ ਬਾਰੇ ਪੜ੍ਹੀਏ ਤਾਂ ਰਿਫਲੈਕਸ ਕੋਣ ਬਾਰੇ ਆਪਾਂ ਕੀ ਪੜ੍ਹਿਆ ਸੀ, 180 डिग्री ਤੋਂ ਵੱਡਾ 360 डिग्री ਤੋਂ ਛੋਟਾ 180 डिग्री ਤੋਂ ਵੱਡਾ 360 डिग्री ਤੋਂ ਛੋਟਾ। ਤੇ ਇੱਥੇ ਕੀ ਕਿਹਾ ਹੈ, ਇੱਕ ਰਿਫਲੈਕਸ ਕੋਣ ਦਾ ਮਾਪ ਛੋਟਾ ਹੈ 180 डिग्री ਤੋਂ, ਜਦ ਕਿ ਅਸੀਂ ਤਾਂ ਕਹਿ ਰਹੇ ਹਾਂ 180 डिग्री ਤੋਂ ਵੱਡਾ ਹੈ। ਸੋ ਇਹ ਵੀ ਝੂਠ ਹੋ ਗਿਆ। ਇੱਕ ਸੰਪੂਰਨ ਚੱਕਰ ਦਾ ਮਾਪ 360 डिग्री ਹੁੰਦਾ ਹੈ, ਇਹ ਬਿਲਕੁਲ ਸਹੀ ਹੈ। ਅਸੀਂ ਪੜ੍ਹਿਆ ਸੀ 7ਵੇਂ ਨੰਬਰ 'ਤੇ ਪੂਰਨ ਕੋਣ ਜਾਂ ਇਸ ਨੂੰ ਸੰਪੂਰਨ ਕੋਣ ਵੀ ਕਹਿੰਦੇ ਹਨ। ਇਹ ਹੁੰਦਾ ਹੈ 360 डिग्री। ਸੰਪੂਰਨ ਕੋਣ ਕੰਪਲੀਟ ਐਂਗਲ 360 डिग्री। ਅਤੇ ਇੱਥੇ ਵੀ ਉਹਨੇ ਇਹੀ ਲਿਖਿਆ 360 डिग्री ਹੁੰਦਾ ਹੈ। ਇਹਦਾ ਮਤਲਬ ਇਹ ਹੈ ਸੱਚ। ਅਗਲਾ ਸਵਾਲ, ਜੇਕਰ ਕੋਣ ਏ, ਇੱਥੇ ਜਿਹੜੀ ਐਮ ਪਾਈ ਹੈ ਯਾਦ ਰੱਖੋ, ਇੱਥੇ ਐਮ ਦਾ ਮਤਲਬ ਮੈਜ਼ਰ, ਪੰਜਾਬੀ 'ਚ ਅਸੀਂ ਇਹਨੂੰ ਮਾਪ ਵੀ ਕਹਿ ਸਕਦੇ ਹਾਂ। ਕੋਣ ਏ ਦਾ ਮਾਪ, ਕੋਣ ਏ ਦਾ ਮਾਪ, ਆਹ ਨਿਸ਼ਾਨੀ ਕੋਣ ਦੀ ਹੈ। ਆਹ ਜਿਹੜੀ ਨਿਸ਼ਾਨੀ ਇਸ ਤਰ੍ਹਾਂ ਪਾਈ ਹੈ ਇਹ ਨਿਸ਼ਾਨੀ ਕੋਣ ਦੀ ਹੈ। ਇਸ ਤੋਂ ਸਿਬਲਾ ਕੋਣ ਏ ਅਤੇ ਮੁਰੇ ਐਮ ਲਿਖੀ ਹੈ ਛੋਟੀ, ਇਹਦਾ ਮਤਲਬ ਮੈਜ਼ਰ, ਮੈਜ਼ਰ ਮਤਲਬ ਮਾਪ। ਮਾਪ ਕਿਹਦਾ, ਕੋਣ ਏ ਦਾ ਕਿੰਨਾ ਹੈ 53 डिग्री। ਕੋਣ ਬੀ ਦਾ ਮਾਪ ਕਿੰਨਾ ਹੈ 35 डिग्री। ਤਾਂ ਕੋਣ ਏ ਦਾ ਮਾਪ ਵੱਡਾ ਹੈ ਕੋਣ ਬੀ ਦੇ ਮਾਪ ਤੋਂ। ਜਿਹੜਾ ਇਹ ਜਿਹੜੀ ਨਿਸ਼ਾਨੀ ਦਾ ਮੂੰਹ ਇੱਧਰ ਹੋ ਗਿਆ ਨਾ, ਉਹ ਵੱਡਾ ਹੋ ਜਾਣਾ। ਕੋਣ ਏ ਦਾ ਮਾਪ ਵੱਡਾ ਹੈ ਕੋਣ ਬੀ ਦੇ ਮਾਪ ਤੋਂ। ਦੇਖੋ ਕੋਣ ਏ 53 डिग्री ਸੀ, ਕੋਣ ਬੀ 35 डिग्री ਸੀ, ਅਤੇ ਫਿਰ 53 डिग्री ਵੱਡਾ ਹੁੰਦਾ 35 डिग्री ਤੋਂ। ਸੋ ਇਹ ਹੋ ਗਿਆ ਸੱਚ। ਅੱਗੇ ਅਸੀਂ ਮਾਪ ਲਿਖਣੇ ਆ ਕੁਝ ਨਿਊਨ ਕੋਣ, ਅਤੇ ਉਹਦੇ ਵਾਸਤੇ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਨਿਊਨ ਕੋਣ ਕੀ ਹੁੰਦਾ। ਨਿਊਨ ਕੋਣ, ਨਿਊਨ ਕੋਣ 0 डिग्री ਤੋਂ ਵੱਡਾ 90 डिग्री ਤੋਂ ਛੋਟਾ, 0 ਤੋਂ ਵੱਡਾ 90 ਤੋਂ ਛੋਟਾ। ਅਤੇ ਸੋ ਇਹਦੇ ਵਿੱਚ ਅਸੀਂ 0 ਤੋਂ ਵੱਡੇ ਅਤੇ 90 ਤੋਂ ਛੋਟੇ ਮਾਪ ਲਿਖ ਦਾਂਗੇ। 1 डिग्री 5 डिग्री 10 डिग्री 60 डिग्री 45 डिग्री, ਜਿੰਨੇ ਮਰਜ਼ੀ ਲਿਖੀ ਚੱਲੋ। ਅਸੀਂ ਸਿਰਫ 0 ਤੋਂ ਵੱਡੇ ਅਤੇ 90 ਤੋਂ ਛੋਟੇ। ਫਿਰ ਅੱਗੇ ਕਿਹਾ ਹੈ ਕੁਝ ਅਧਿਕ ਕੋਣ। ਹੁਣ ਅਧਿਕ ਕੋਣ ਦੀ ਡੈਫੀਨੇਸ਼ਨ ਪੜ੍ਹ ਲਓ। ਅਧਿਕ ਕੋਣ ਅਬਟਿਊਜ਼ ਐਂਗਲ ਕੀ ਹੁੰਦਾ ਹੈ, 90 ਤੋਂ ਵੱਡਾ 180 ਤੋਂ ਛੋਟਾ। ਇਹਦੇ ਵਿੱਚ 90 ਤੋਂ ਵੱਡੇ ਅਤੇ 180 ਤੋਂ ਛੋਟੇ ਐਂਗਲ ਲਿਖ ਦਿਓ। 90 ਤੋਂ ਵੱਡਾ ਆ ਜਾਓ 91 95 120 150, ਜਿਹੜੇ ਮਰਜ਼ੀ ਲਿਖ ਦਿਓ। 90 ਤੋਂ ਵੱਡੇ 180 ਤੋਂ ਛੋਟੇ। ਹੁਣ ਅੱਗੇ ਹੈ ਪ੍ਰਸ਼ਨ, ਦਿੱਤੇ ਗਏ ਕੋਣਾਂ ਨੂੰ ਮਾਪੋ। ਦੇਖੋ ਅਸੀਂ ਹੁਣੇ ਪੜ੍ਹਿਆ ਸੀ ਕਿ ਕੋਣ ਮਾਪਕ ਕਿਹੜੇ ਕੰਮ ਹੁੰਦਾ ਹੈ, ਕੋਣਾਂ ਨੂੰ ਮਾਪਣ ਦੇ। ਅਤੇ ਫਿਰ ਜਦੋਂ ਵੀ ਸਾਨੂੰ ਲਿਖਿਆ ਹੈ ਇੱਦਾਂ ਆ ਜਾਵੇ ਦਿੱਤੇ ਗਏ ਕੋਣਾਂ ਨੂੰ ਮਾਪੋ, ਅਤੇ ਕੀ ਕਰਾਂਗੇ, ਕੋਣ ਮਾਪਕ ਦੀ ਵਰਤੋਂ ਕਰਾਂਗੇ। ਯਾਦ ਰੱਖੋ ਕੋਣ ਮਾਪਕ ਦਾ ਜਿਹੜਾ ਇਹ ਥੱਲੇ ਵਾਲਾ ਲਾਈਨ ਹੈ, ਆਹ ਜਿਹੜੀ ਇਹ ਅਸੀਂ ਬਿਲਕੁਲ ਆਹ ਜਿਹੜੀ ਲਾਈਨ ਆਹ ਨਹੀਂ, ਆਹ ਲਾਈਨ ਜਿਹੜੀ ਛਪੀ ਹੋਈ ਹੈ ਇਸ ਲਾਈਨ ਨੂੰ ਇਸ ਲਾਈਨ ਦੇ ਉੱਪਰ ਰੱਖਾਂਗੇ। ਅਤੇ ਜਿਹੜਾ ਇਹ ਸਾਨੂੰ ਮੱਧ ਬਿੰਦੂ ਦਿਖਾਈ ਦੇ ਰਿਹਾ ਹੈ ਬਿਲਕੁਲ ਇੱਥੇ, ਇਹ ਅਸੀਂ ਇਹਦੇ ਸਿਖਰ ਦੇ ਉੱਪਰ ਰੱਖਾਂਗੇ ਇਸ ਤਰ੍ਹਾਂ। ਅਤੇ ਇਹ ਜਿਹੜੀ ਲਾਈਨ ਹੈ ਇਹਨੂੰ ਅਸੀਂ ਦੇਖਾਂਗੇ ਕਿ ਇਹ ਕਿੱਥੇ ਜਾ ਰਹੀ ਹੈ, ਕਿੰਨੇ ਡਿਗਰੀ 'ਤੇ ਜਾ ਰਹੀ ਹੈ। ਅਤੇ ਸੋ ਅਸੀਂ ਹੁਣ ਜਦੋਂ ਇਹਨੂੰ ਦੇਖਦੇ ਹਾਂ ਅਤੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਹ ਜਿਹੜੀ ਹੈ ਉਹ ਬੜੇ ਹੀ ਧਿਆਨ ਨਾਲ ਦੇਖਣੀ ਪੈਣੀ ਹੈ। 0 10 20 30 40, ਅਤੇ ਦੇਖੋ ਅੱਗੇ 41 42 43 44 45, ਜਿਹੜੀ 40 ਅਤੇ 50 ਦੇ ਵਿਚਕਾਰ ਲਾਈਨ ਹੈ ਥੋੜ੍ਹੀ ਜਿਹੀ ਲੰਬੀ ਲਾਈਨ ਉੱਤੇ ਜਾ ਰਹੀ ਹੈ। ਸੋ ਇਹਦਾ ਮਾਪ ਹੋ ਗਿਆ 45 डिग्री। ਇਸ ਕੋਣ ਦਾ ਮਾਪ ਹੈ
45 डिग्री। तो 45 डिग्री वाला कोण की हुंदा है? न्यून कोण, क्योंकि 0 तो वड्डा ते 90 तो छोटा। हुण असीं अगला कोण मापांगे। अगले कोण मापन लई भी इसे तरह असीं देखो डी का जिहड़ा मध्य बिंदु है उस नूं इत्थे रखांगे सिखर ते ये जिहड़ी लाइन है उन्होंने असीं इहदे उपर रखांगे। तो साफ दिखाई दे रहा है कि जी दूजी लाइन है वो 120 डिग्री जा रही। उपर वाले नहीं देखने, तुहानूं मैं अगे भी कहा सी कि आपां एंगल इधरों माप रहे हाँ, जे इधरों मापना तो 0 10 20 30 40 50 60 70 80 90 100 110 120। तो इसका माप जिहड़ा है वो आ गया 120 डिग्री। इस तरह अगला कोण मापते हाँ। देखो असी कोण फिर इधरों माप रहे हैं ना, जे इधरों माप रहे हैं फिर 0 10 20 30 40 50 60 70 80 90 90 तक पहुँच जाता है। सो इसका माप हो गया साढ़े कोल 90 डिग्री। फिर अगे हुण देखो इस चित्र में सानूं कोण 1 कोण 2 ते कोण 3 दिते हुए हैं। 3 कोण हैं, तिन्नां कोणां नूं वख-वख मापांगे। सब तो पहले असीं एक कोण नूं मापदे हां। आ जिहड़ी लाइन है इसके उपर असीं पहलां इंसो सीधा रखांगे। जिहड़ा शिखर है मध्य बिंदु के उपर आ जाएगा। तो ये जिहड़ा इधरों असीं कोण नूं देखांगे कि किन्ने डिग्री है। हुण देखो हुण 0 इधरों देखनी है, 0 10 20 30 40 50 60। तो इत्थे जिहड़ा सेंटर च लाइन है वो है साडी 5 के बराबर। तो सो ये एंगल साडा लगभग 65 डिग्री है। ये जिहड़ा कोण है वो साडा लगभग 65 डिग्री है। कोण 1 जिहड़ा है वो है 65 डिग्री। हुण असीं कोण 2 नूं मापदे हाँ। कोण 2 नूं मापन लई ये जिहड़ा मध्य बिंदु है उसनूं असीं इदां रखांगे तो ये लाइन बिल्कुल सीधी रहेगी। तो इस नूं असीं मापांगे। हुण देखो साडे कोण दा माप उधरले पासे है। 0 10 20 30 40 50 60 70 80 90 100 110 120 130 130 तो बाद ਜਦੋਂ ਹੁਣ ਅਸੀਂ ਇਸ ਲਾਈਨ ਦੇ ਉੱਪਰ ਆਉਂਦੇ ਹਾਂ ਤੇ ਇਹ ਲਾਈਨ ਦੇਖੋ ਜੇ ਅਸੀਂ ਆਈਡੀਆ ਲਾਈਏ ਤਾਂ ਬਿਲਕੁਲ ਸੈਂਟਰ ਵਿੱਚ ਜਾ ਰਹੀ ਹੈ 130 ਤੇ 140 ਦੇ। ਤੇ ਅਸੀਂ ਇਹ ਨਿੱਕੀਆਂ ਲਾਈਨਾਂ ਕਰੀਏ 31 32 33 34 35। ਸੋ ਇਸ ਦਾ ਮਾਪ ਆ ਗਿਆ 135 डिग्री। तो इस तरह ਹੁਣ ਅਸੀਂ ਕੋਣ 3 ਨੂੰ ਮਾਪਾਂਗੇ। मध्य बिंदु ਨੂੰ ਸਿਖਰ ਦੇ ਉੱਪਰ ਰੱਖਿਆ ਤੇ ਇਹ ਲਾਈਨ ਬਿਲਕੁਲ ਸਿੱਧੀ। कोण का माप उधरले पासे है। फिर 0 10 20 30 40 50 60 70 80 ओके। तो 80 तो बाद हुण जिहड़ी ये लाइन है वो देखो फिर 80 ते 90 के विचकार जा रही है 81 82 83 84 85। सो कोण 3 का माप जिहड़ा है वो है 85 डिग्री। इस तरह असीं ये कोण माप के दस देवांगे। हुण अगे 5वां सवाल है किहड़े कोण का माप वड्डा है, कोण ए ਜਾਂ कोण बी। असीं दसना है कोण ए वड्डा कि कोण बी वड्डा। वैसे देखण तो भी सानूं पता लगता पिया है कि कोण बी वड्डा है, बट असीं इन्हां नूं माप के दसना है। देखो इसका माप लगभग साडे कोल है 40 41 ते 42। इसका माप है साडे कोल 42 डिग्री कोण ए दा। कोण बी नूं मापदे हां। कोण बी देखो इतों 0 10 20 30 40 50 60 अगे 65। ये आ गया जी 65 डिग्री। तो फिर किहड़ा माप वड्डा होया? ठीक है कोण बी। की लिखांगे? कोण बी दा माप वड्डा है। ठीक है। आ जिहड़ा कोण असीं मापिया सी ये आया सी 42 डिग्री ते ये कोण जिहड़ा मापिया सी 65 डिग्री। तो फिर वड्डा कोण आ गया कोण बी। ये सी अभ्यास 5.4 दे सवाल। अगे हुण सानूं PAS जिहड़ा टैसट होना है उसदे कुछ सवाल दिते हुए हैं। किन्ने समकोणां दे नाल 360 डिग्री कोण बनदा है? असीं कीता सी समकोण। समकोण किन्ने डिग्री हुंदा? 90 डिग्री। तो सानूं पुछया गया है किन्ने समकोणां दे नाल 360 डिग्री कोण बनता है। तो देखो जिहड़ा 360 डिग्री कोण है
ਉਸ ਨੂੰ ਅਸੀਂ ਦੇਖਣਾ ਕਿ ਕਿੰਨੇ ਸਮਕੋਣਾਂ ਦੇ ਨਾਲ ਬਣਦਾ। ਅਤੇ ਇੱਕ ਸਮਕੋਣ ਕਿੰਨਾ ਹੁੰਦਾ ਹੈ 90 ਦਾ। ਅਤੇ ਫਿਰ ਕੀ ਕਰਾਂਗੇ 360 ਨੂੰ 90 ਨਾਲ ਭਾਗ ਦੇ ਦਿਓ। 90 ਚੌਕਾ 360। ਸੋ ਉੱਤਰ ਆ ਗਿਆ 4 ਸਮਕੋਣ। ਹੁਣ ਵੈਸੇ ਵੀ ਅਸੀਂ ਜੇ ਦੇਖੀਏ 4 ਸਮਕੋਣ, 4 ਨੂੰ 90 ਡਿਗਰੀ ਨਾਲ ਗੁਣਾ ਕਰੀਏ, 4 ਨਾਲ 36 ਅਤੇ ਨਾਲ ਇੱਕ 0 ਆ ਗਈ, 360 ਡਿਗਰੀ ਬਣ ਗਿਆ। ਸੋ ਸਾਡਾ ਉੱਤਰ ਸਹੀ ਕਿਹੜਾ ਹੈ 4 ਸਮਕੋਣ। ਕਿੰਨੇ ਸਮਕੋਣਾਂ ਦੇ ਨਾਲ 360 ਡਿਗਰੀ ਕੋਣ ਬਣਦਾ ਹੈ 4 ਸਮਕੋਣਾਂ ਦੇ ਨਾਲ। ਅਗਲਾ ਕੁਐਸਚਨ ਹੈ ਕੋਣ ਡੀ ਦੇ ਵਕਰ ਕਿਨਾਰਿਆਂ ਨੂੰ ਕਿੰਨੇ ਬਰਾਬਰ ਭਾਗਾਂ ਵਿੱਚ ਵੰਡਿਆ ਹੁੰਦਾ ਹੈ। ਤਾਂ ਅਸੀਂ ਕਿੰਨੀ ਵਾਰੀ ਦੇਖ ਚੁੱਕੇ ਹਾਂ ਕਿ ਇਹ ਜਿਹੜੇ ਦੇ ਵੱਖਰੇ ਕਿਨਾਰੇ ਹਨ, ਇਹ ਬਰੀਕ ਬਰੀਕ ਜਿਹੜੀਆਂ ਲਾਈਨਾਂ ਹਨ ਇਹਦੇ ਉੱਪਰ, ਉਹ ਇਹਨੂੰ 180 ਜਿਹੜੇ ਭਾਗਾਂ ਵਿੱਚ ਉਹ ਵੰਡਦੇ ਹਨ। ਸੋ ਇਹ PAS ਦੇ 2 ਕੁਐਸਚਨ ਸੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਮਝ ਲੱਗ ਗਈ ਹੋਵੇਗੀ। ਆਪਣੀ ਕਾਪੀ 'ਤੇ ਇਹਨਾਂ ਨੂੰ ਨੋਟ ਕਰਨਾ। ਥੈਂਕ ਯੂ।